जाएंगे, सारे देश का दिल फिर याद होंगे। मैं इस गल की शलाघा करांगा। ਅੰਮ੍ਰਿਤਸਰ ਦੇ ਮੇਅਰ ਵੀ ਸਾਡੇ ਨਾਲ ਨੇ। ਉਹਨਾਂ ਦੇ ਵੱਲੋਂ ਜਿਹੜਾ ਸਰ ਕਿਸਾਨਾਂ ਦਾ ਜਿਹੜਾ ਸਮਰਥਨ ਦੇ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਕੜਾਕੀ ਠੰਡ ਦੇ ਵਿੱਚ ਕਿਸਾਨ ਦਿੱਲੀ ਦਾ ਰੁੱਖ ਕਰ ਬੈਠੇ? ਅੱਜ ਵੇਖੋ, ਅੱਜ ਕਿਸਾਨ ਦਿਵਸ ਹੈ ਜਿਹਨੂੰ ਹਮੇਸ਼ਾ ਕਿਸਾਨ ਬੜੇ ਹੀ ਚਾਵਾਂ ਭਾਗਾਂ ਨਾਲ ਮਨਾਉਂਦਾ ਸੀਗਾ, ਪਰ ਬਦਕਿਸਮਤੀ ਕਿ ਜਿਹੜੇ ਬੀਜੇਪੀ ਗਵਰਨਮੈਂਟ ਵੱਲੋਂ 3 ਕਾਨੂੰਨ ਪਾਸ ਕੀਤੇ ਗਏ ਆ, ਉਹਨਾਂ ਦੀ ਵਜ੍ਹਾ ਦੇ ਨਾਲ ਜਿਹੜੀ ਸਾਡੀ ਖੇਤੀ ਨਹੀਂ, ਸਾਰੇ ਹੀ ਹਿੰਦੁਸਤਾਨ ਦੀ ਇਕੋਨਮੀ ਜਿਹੜੀ ਉਹ ਖਤਰੇ 'ਚ ਪੈ ਗਈ ਹੈ। ਅੱਜ ਉਹਦੇ ਵਿਰੋਧ ਦੇ ਵਿੱਚ ਸਾਰੇ ਹੀ ਸਾਡੇ ਕਿਸਾਨ ਭਰਾ ਸਾਰੇ ਦੇਸ਼ ਤੋਂ ਇਕੱਠੇ ਹੋਏ ਆ, ਔਰ ਖ਼ਾਸ ਤੌਰ 'ਤੇ ਮੈਂ ਪੰਜਾਬੀ ਦੇ ਕਿਸਾਨਾਂ ਦੇ ਹੌਸਲੇ ਦੀ, ਜਜ਼ਬੇ ਦੀ ਜਿੰਨੀ ਵੀ ਸ਼ਲਾਘਾ ਕਰਾਂ ਉਨੀ ਘੱਟ ਹੈ ਕਿ ਜਿਹੜੇ ਅੱਜ ਇਹ ਬਹੁਤ ਕੜਾਕੇ ਦੀ ਠੰਡ ਦੇ ਵਿੱਚ ਪਿਛਲੇ ਮਹੀਨਿਆਂ ਤੋਂ ਦਿੱਲੀ ਦੇ ਵਿੱਚ ਡੇਰੇ ਲਾ ਕੇ ਬੈਠੇ ਨੇ ਕਿ ਕਿਸੇ ਤਰੀਕੇ ਮੋਦੀ ਸਰਕਾਰ ਜਾਗੇ। ਅੱਜ ਉਸੇ ਲੜੀ ਦੇ ਵਿੱਚ ਕਿਸਾਨ ਦਿਵਸ ਨੂੰ ਅਸੀਂ ਬਹੁਤ ਹੀ ਦੁੱਖ ਦੇ ਨਾਲ ਮਨਾ ਰਹੇ ਹਾਂ, ਔਰ ਉਹਨਾਂ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਦੇ ਹਾਂ ਅੱਜ ਨਗਰ ਨਿਗਮ ਅੰਮ੍ਰਿਤਸਰ ਦੇ ਸਮੂਹ ਕੌਂਸਲਰ ਸਾਥੀ ਅੱਜ ਮੇਰੇ ਨਾਲ ਅੱਜ ਇੱਥੇ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੇ ਨੇ। ਅੱਜ ਦੇਖੋ, ਇੱਕ ਗੱਲ ਸਾਨੂੰ ਸਮਝਣ ਦੀ ਲੋੜ ਆ ਕਿ ਜਿਹੜਾ ਕਿਸਾਨ ਆ ਉਹ ਕਦੀ ਵੀ ਹੜਤਾਲਾਂ ਦੇ ਹੱਕ 'ਚ ਨਹੀਂ, ਉਹਨਾਂ ਕਦੀ ਹੜਤਾਲਾਂ ਨਹੀਂ ਕੀਤੀਆਂ, ਕਦੀ ਦੇਸ਼ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ। ਇਹ ਹਿੰਦੁਸਤਾਨ ਦੇ ਇਤਿਹਾਸ 'ਚ ਮੇਰੇ ਹਿਸਾਬ ਨਾਲ ਇਹ ਦੂਜੀ ਵੱਡੀ ਕ੍ਰਾਂਤੀ ਆ ਕਿਸਾਨਾਂ ਵੱਲੋਂ ਜਿਹੜੀ ਆਈ। ਇਹ ਕਿਸਾਨਾਂ ਨੇ ਕਦੀ ਵੀ ਕੋਈ ਆਦਤਨ ਕਦੀ ਇਹਨਾਂ ਨੇ ਧਰਨੇ ਪ੍ਰਦਰਸ਼ਨ ਨਹੀਂ ਕੀਤੇ, ਕਦੀ ਭੁੱਖ ਹੜਤਾਲਾਂ ਨਹੀਂ ਕੀਤੀਆਂ। ਇਹ ਉਦੋਂ ਕਰਦੇ ਆ ਜਦੋਂ ਇਹਨਾਂ ਦੀ ਰੋਜ਼ੀ ਰੋਟੀ ਖਤਰੇ 'ਚ ਪੈ ਜਾਂਦੀ ਆ। ਸਿਰਫ ਇਹਨਾਂ ਦੀ ਨਹੀਂ, ਜਿੱਦਣ ਕਿਸਾਨ ਦੀ ਰੋਜ਼ੀ ਰੋਟੀ ਖਤਰੇ 'ਚ ਪੈ ਜਾਂਦੀ ਆ ਉਦੋਂ 70% ਦੇਸ਼ ਦੀ ਪਾਪੂਲੇਸ਼ਨ ਦੀ ਰੋਜ਼ੀ ਰੋਟੀ ਜਿਹੜੀ ਆ ਉਹ ਐਗਰੀਕਲਚਰ ਸੈਕਟਰ 'ਤੇ ਡਿਪੈਂਡ ਕਰਦੀ ਆ। ਅੱਜ ਸਰਕਾਰੀ ਅੰਕੜਿਆਂ ਨਾਲ 70% ਲੋਕ ਖੇਤੀਬਾੜੀ ਦੇ ਸਿਰ ਤੋਂ ਰੋਟੀ ਖਾਂਦੇ ਨੇ। ਕੋਈ ਸਾਡੇ ਮਜ਼ਦੂਰ ਭਰਾ, ਕੋਈ ਆੜ੍ਹਤੀਏ, ਸਿੱਧੇ ਅਸਿੱਧੇ ਤੌਰ 'ਤੇ 70% ਪਾਪੂਲੇਸ਼ਨ ਜਿਹੜੀ ਆ ਉਹ ਖੇਤੀ ਦੇ ਸੈਕਟਰ ਨਾਲ ਜੁੜੀ ਆ। ਇਸ ਤੋਂ ਇਲਾਵਾ ਜਿਹੜੀ 30% ਪਾਪੂਲੇਸ਼ਨ ਦੇ ਜਿੰਨੇ ਵੀ ਬਿਜ਼ਨਸ ਨੇ ਉਹ ਵੀ ਸਾਰੇ ਇਹ 70% ਪਾਪੂਲੇਸ਼ਨ ਦੇ ਸਿਰ ਤੇ ਹੀ ਚੱਲਦੇ ਨੇ। ਇਹ ਕਹਿ ਸਕਦੇ ਕਿ ਜਿਹੜਾ ਇਹ ਕਿਸਾਨਾਂ ਦਾ ਮੁੱਦਾ ਨਹੀਂ, ਪੂਰੇ ਭਾਰਤ ਦਾ ਮੁੱਦਾ, ਕਿਉਂਕਿ ਇਹਦੇ ਵਿੱਚ ਵਕੀਲ ਤੋਂ ਲੈ ਕੇ ਸਟੂਡੈਂਟ ਲੱਗੇ ਟੀਚਰ ਤੱਕ ਜਿਹੜੇ ਬਾਹਰ ਨਿਕਲ ਗਏ ਨੇ, ਮੁੱਦਾ ਭਖਦਾ ਨਜ਼ਰ ਆ ਰਿਹਾ। ਦੇਖੋ, ਇੱਕ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਹਰ ਇੱਕ ਸਿਆਣੇ ਬੰਦੇ ਨੂੰ, ਸੂਝਵਾਨ ਨੂੰ ਪਤਾ ਕਿ 70% ਜਿਹੜੀ ਲੋੜ ਸਾਡੀ ਪਾਪੂਲੇਸ਼ਨ ਆ ਉਹ ਖਤਰੇ 'ਚ ਆ, ਔਰ ਬਾਕੀ 30% ਦੇ ਬਿਜ਼ਨਸ ਵੀ ਉਹ 70% 'ਤੇ ਡਿਪੈਂਡ ਕਰਦੇ ਆ। ਅੱਜ ਸਾਰੇ ਦੇਸ਼ ਦੀ ਇਕੋਨਮੀ ਨੂੰ ਬੜੀ ਵੱਡੀ ਸੈਟਬੈਕ ਆ। ਅੱਜ ਦੇਖੋ, ਅੱਜ ਸਾਰਾ ਕਿਸਾਨ ਇੱਦਾਂ ਇਤਿਹਾਸ 'ਚ ਦੂਜੀ ਵਾਰੀ ਸੜਕਾਂ 'ਤੇ ਆਇਆ, ਔਰ ਬੜੀ ਬਦਕਿਸਮਤੀ ਆ ਕਿ ਇਹ ਐਡੀ ਐਡਾਮੈਂਟਾ ਸਰਕਾਰ ਜਿਹਨੂੰ ਸਮਝ ਵੀ ਆ ਗਈ ਆ ਕਿ ਇਹਨਾਂ ਨੇ ਗਲਤ ਬਿੱਲ ਪਾਸ ਕਰਕੇ ਐਕਟ ਬਣਾ ਲਏ ਨੇ, ਇਹ ਐਕਟ ਰੱਦ ਕਰਨੇ ਬਣਦੇ ਆ, ਔਰ ਇਹ ਮੰਨ ਵੀ ਗਏ ਨੇ ਕਿ ਸਾਡੇ ਕੋਲ ਗਲਤੀ ਹੋਈ ਆ, ਕਿਸਾਨਾਂ ਨੂੰ ਲਿਖਤੀ ਦੇਣ ਲਈ ਵੀ ਤਿਆਰ ਆ, ਅਸੀਂ ਸੰਸ਼ੋਧਨ ਕਰ ਦਿੰਦੇ ਹਾਂ। ਗੱਲ ਤੇ ਹੈ ਕਿ ਜਦੋਂ ਤੁਸੀਂ ਆਨਨ ਫਾਨਨ 'ਚ ਵੱਡੇ ਘਰਾਣਿਆਂ ਦੇ ਪ੍ਰੈਸ਼ਰ 'ਚ ਆ ਕੇ ਬਿੱਲ ਪਾਸ ਕੀਤੇ, ਜਿਹਦੇ ਨਾਲ ਸਾਰੇ ਦੇਸ਼ ਨੂੰ ਤੁਸੀਂ ਗਹਿਣੇ ਪਾਇਆ, ਕੋਈ 2 4 5 ਘਰਾਣਿਆਂ ਦੇ ਕੋਲ, ਤੁਸੀਂ ਅੱਜ ਆਪਣੀ ਈਗੋ, ਆਪਣੀ ਜਿੱਦ, ਆਪਣੀ ਆਕੜ ਦੇ ਅੱਗੇ ਅੜੇ ਹੋ। ਸਾਰਾ ਦੇਸ਼, ਇਕੱਲਾ ਕਿਸਾਨ ਨਹੀਂ, ਸਾਰਾ ਅੱਜ ਦੇਸ਼ ਤੁਹਾਡਾ ਵਿਰੋਧ ਕਰ ਰਿਹਾ, ਔਰ ਤੁਸੀਂ ਆਪਣੀ ਹੋਮਿਓ ਨੂੰ, ਆਪਣੇ ਹੰਕਾਰ ਨੂੰ ਜਿਹੜਾ ਉਹ ਇੰਨਾ ਪ੍ਰਬਲ ਕੀਤਾ ਕਿ ਤੁਸੀਂ ਲੋਕਾਂ ਦੇ ਅੱਗੇ ਝੁਕਣ ਨੂੰ ਤਿਆਰ ਨਹੀਂ। ਸੋ ਅੱਜ ਮੈਂ ਸਮਝਦਾ ਕਿ ਜਦੋਂ ਹਿੰਦੁਸਤਾਨ ਦਾ ਹਰ ਵਰਗ, ਇਕੱਲਾ ਕਿਸਾਨ ਨਹੀਂ, ਕਿਸਾਨ ਨਾਲ ਸਾਰੇ ਵਰਗ ਜੁੜੇ ਨੇ, ਜਦੋਂ ਹਰ ਵਰਗ ਜਿਹੜਾ ਅੱਜ ਉਹਨਾਂ ਦੀ ਰੋਜ਼ੀ ਰੋਟੀ ਖਤਰੇ 'ਚ ਆ, ਇਸ ਸਰਕਾਰ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸਮਝ ਤੋਂ ਕੰਮ ਲੈਣਾ ਚਾਹੀਦਾ, ਔਰ ਇਹ ਜਿਹੜੀ ਸਾਡੀ ਮੰਗ ਆ ਸਾਰੇ ਕਿਸਾਨਾਂ ਦੀ, ਇਹ ਕਾਨੂੰਨ ਅੱਜ ਜਿਹੜੇ ਨੇ ਰਿਪੀਲ ਕਰਨੇ ਚਾਹੀਦੇ ਨੇ, ਤਾਂ ਜੋ ਦੇਸ਼ ਦੀ ਤਰੱਕੀ ਦੇ ਵਿੱਚ ਇਹ ਵੀ ਕੋਈ ਸਰਕਾਰ ਆਪਣੀ ਭਾਗੀਦਾਰੀ ਪਾਲੇ। ਜਿੱਦਣ ਦੇ ਆਏ ਨੇ, ਕਦੀ ਇਹ ਨੋਟਬੰਦੀ ਦੀ ਨਾਂ 'ਤੇ, ਕਦੀ GST ਦੇ ਨਾਂ 'ਤੇ, ਔਰ ਆ ਕੋਵਿਡ ਦੀ ਸਿਚੁਏਸ਼ਨ ਨੂੰ ਐਡੀ ਬੁਰੀ ਤਰ੍ਹਾਂ ਨਾਲ ਹੈਂਡਲ ਕੀਤਾ ਕਿ ਸਾਰੇ ਦੇਸ਼ ਦੀ ਇਕੋਨਮੀ ਜਿਹੜੀ ਆ ਉਹਦਾ ਸੱਤਿਆਨਾਸ਼ ਕਰਤਾ, ਔਰ 23% ਮਾਈਨਸ 'ਚ GDP ਜਿਹੜੀ ਉਹ ਸਰਕਾਰ ਲੈ ਕੇ ਗਈ ਹੈ। ਇਹਨਾਂ ਨੇ ਵੀ ਇੱਕ ਨੈਗੇਟਿਵ ਇਤਿਹਾਸ ਰਚਿਆ ਵਾ। ਇੱਕ ਚੀਜ਼ ਹੋਰ ਹੈ, ਕੇਂਦਰ ਦੇ ਜਿਹੜੇ BJP ਦੇ ਆਗੂ ਨੇ ਉਹਨਾਂ ਨੂੰ ਬਿਆਨਬਾਜ਼ੀ ਕੀਤੀ ਜਾ ਰਹੀ ਆ ਕਿ ਜਿਹੜੇ ਕਿਸਾਨ ਟਰੈਕਾਂ 'ਤੇ ਤੇ ਜਾਂ ਦਿੱਲੀ ਆ ਕੇ ਬੈਠੇ ਨੇ, ਕਿਸਾਨ ਹੀ ਵਿਚੋਲੇ ਆ, ਤੇ ਜਿਹੜੇ ਕਿਸਾਨ ਉਹ ਖੇਤਾਂ 'ਚ ਮੰਡੇ, ਲੱਗਦਾ ਕਿ ਪੰਜਾਬ ਦਾ ਮਾਹੌਲ ਕਰ ਸਕਦੇ ਜਿੱਦਾਂ ਦੇ ਇਹਨਾਂ ਬਿਆਨਬਾਜ਼ੀ ਹੋ ਰਹੀ ਹੈ। ਦੇਖੋ, ਮੈਂ BJP ਦੀ ਸਮੂਹ ਸੀਨੀਅਰ ਲੀਡਰਸ਼ਿਪ ਨੂੰ ਇਹੀ
ਇੱਕ ਆਪਣੇ ਵੱਲੋਂ ਮੇਰੀ ਸਲਾਹ ਵਾ ਕਿ ਕੋਈ ਅਕਲ ਤੋਂ ਕੰਮ ਲਾਓ। ਤੁਸੀਂ ਸਿਰਫ ਆਪਣੇ ਆਕਾ ਦੇ ਅੱਗੇ 2-4 ਬਿਆਨਬਾਜ਼ੀਆਂ ਕਰਕੇ ਸੱਚੇ ਹੋਣ ਦੀ ਕੋਸ਼ਿਸ਼ ਨਾ ਕਰੋ। ਅੱਜ ਜੋ ਪੰਜਾਬ ਨਹੀਂ ਸਾਰੇ ਦੇਸ਼ ਦਾ ਕਿਸਾਨ, ਸਾਰੇ ਦੇਸ਼ ਦੀ ਜਨਤਾ ਜਾਗ ਚੁੱਕੀ, ਔਰ ਜੋ ਤੁਹਾਨੂੰ ਵਿਰੋਧ ਝੇਲਣਾ ਪੈ ਰਿਹਾ, ਤੁਸੀਂ ਅੱਜ ਤੱਕ ਤੁਸੀਂ ਲੋਕਾਂ ਦੇ ਨੁਮਾਇੰਦੇ ਨਹੀਂ ਬਣ ਪਾਏ। ਆ ਸਾਡੇ ਅੰਮ੍ਰਿਤਸਰ 'ਚ ਹੀ 2 ਇੱਦਾਂ ਦੇ ਲੀਡਰ ਨੇ ਜਿਹੜੇ ਬੜੇ ਸੀਨੀਅਰ ਲੀਡਰ ਨੇ, ਜਿਹੜੇ ਕਦੀ ਕਾਉਂਸਲਰ ਦੀ ਇਲੈਕਸ਼ਨ ਨਹੀਂ ਜਿੱਤ ਪਾਏ। ਉਹ ਅੱਜ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੋਦੀ ਨੂੰ ਖੁਸ਼ ਕਰਨ ਲਈ ਇੱਕ ਘਟੀਆ ਕਿਸਮ ਦੀ ਰਾਜਨੀਤੀ ਕਰ ਰਹੇ ਨੇ। ਮੇਰੀ ਉਹਨਾਂ ਨੂੰ ਅਪੀਲ ਆ ਕਿ ਅੱਜ ਕੋਈ ਪਾਰਟੀਬਾਜ਼ੀ, ਅੱਜ ਕੋਈ ਸਰਕਾਰਾਂ ਦਾ ਮੁੱਦਾ ਨਹੀਂਗਾ, ਅੱਜ ਪੰਜਾਬ ਦਾ, ਅੱਜ ਦੇਸ਼ ਦਾ ਮੁੱਦਾ ਵਾ, ਅੱਜ ਦੇਸ਼ ਦੀ ਜਨਤਾ ਦਾ ਮੁੱਦਾ, ਅੱਜ ਦੇਸ਼ ਦੇ ਕਿਸਾਨ ਦਾ ਮੁੱਦਾ। ਅੱਜ ਸਾਨੂੰ ਆਪਣੀਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਅੱਜ ਲੋਕਾਂ ਦੇ ਨਾਲ, ਅੱਜ ਫਾਰਮਰ ਦੇ ਨਾਲ, ਜਿਹੜਾ ਦੇਸ਼ ਦਾ ਅੰਨਦਾਤਾ ਜਿਨਨੇ ਆਪਣੀ ਸਾਰੀ ਜ਼ਿੰਦਗੀ ਲਾ ਕੇ ਇਸ ਦੇਸ਼ ਨੂੰ ਖੜਿਆ ਕੀਤਾ, ਅੱਜ ਉਹਨਾਂ ਦੇ ਹੱਕਾਂ 'ਚ ਆਵਾਜ਼ ਬੁਲੰਦ ਕਰਨ ਦਾ। ਅੱਜ ਇਹ ਨਹੀਂਗਾ ਕਿ ਤੁਸੀਂ ਆਪਣੇ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਕੋਈ ਘਟੀਆ ਕਿਸਮ ਦੀ ਜਿਹੜੀ ਉਹ ਰਾਜਨੀਤੀ ਕਰੋ, ਕੋਈ ਬਿਆਨਬਾਜ਼ੀ ਕਰੋ। ਔਰ ਮੈਂ ਇੱਕ ਗੱਲ ਦੱਸਾਂ ਕਿ ਜਿੱਦਾਂ ਦੀਆਂ ਇਹ ਹਰਕਤਾਂ ਕਰਦੇ ਨੇ ਲੋਕਾਂ ਦੇ ਵਿੱਚ ਫਰਕ ਪਾਉਣ ਦੀਆਂ, ਪੰਜਾਬ ਦੇ ਵਿੱਚ ਪਹਿਲਾਂ ਵੀ ਇਹੋ ਜਿਹੇ ਲੋਕਾਂ ਦੀ ਵਜ੍ਹਾ ਨਾਲ ਅਸ਼ਾਂਤੀ ਫੈਲੀ ਸੀਗੀ, ਹਿੰਦੂ ਸਿੱਖ ਨੂੰ ਇਹਨਾਂ ਨੇ ਆਪਸ 'ਚ ਲੜਾਇਆ ਸੀਗਾ। ਅੱਜ ਵੀ ਇਹ ਬਹੁਤ ਸਾਰੀਆਂ ਇੱਦਾਂ ਦੀਆਂ ਕੁਝੀਆਂ ਹਰਕਤਾਂ ਕਰ ਰਹੇ ਨੇ, ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਸ ਦੇਸ਼ ਦਾ ਹਿੰਦੂ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ। ਉਹਨਾਂ ਨੂੰ ਪਤਾ ਕਿ ਅੱਜ ਫਾਰਮਰ ਦਾ ਮੁੱਦਾ, ਤੁਸੀਂ ਇਹਨਾਂ ਨੂੰ ਕਦੀ ਨਕਸਲਵਾਦੀ, ਕਦੀ ਅੱਤਵਾਦੀ, ਕਦੀ ਕੁਛ ਕਹਿ ਕੇ ਲੜਾਉਣ ਦੀ ਕੋਸ਼ਿਸ਼ ਕਰਦੇ ਜੇ। ਇਹ ਸਾਡਾ ਜਿਹੜਾ ਆਪਸੀ ਭਾਈਚਾਰਕ ਸਾਂਝ ਹੈ ਬੜੀ ਸਟਰੋਂਗ ਆ, ਔਰ ਇਹ ਤੁਹਾਡੀਆਂ ਕੁਝੀਆਂ ਹਰਕਤਾਂ ਨੂੰ ਸਮਝਦੀ ਆ ਕਿ ਤੁਸੀਂ ਕਿੱਦਾਂ ਦੇ ਬੰਦੇ ਜਿਹੜੇ ਉਹ ਪ੍ਰੋਟੈਸਟ ਦੇ ਵਿੱਚ ਵਾੜ ਕੇ ਕਿੱਦਾਂ ਭਰਾਵਾਂ ਨੂੰ ਲੜਾਉਣ ਦੀ ਰਾਜਨੀਤੀ ਕਰ ਰਹੇ ਹੋ। ਅੱਜ ਮੈਂ ਸਿੱਧੇ ਤੌਰ ਤੇ ਕਹਾਂਗਾ ਕਿ ਅਕਾਲੀ ਦਲ ਤੇ ਬੀਜੇਪੀ ਨੇ ਹਮੇਸ਼ਾ ਧਰਮ ਦੀ ਜਾਤ ਦੀ ਰਾਜਨੀਤੀ ਕੀਤੀ ਆ, ਔਰ ਇਹਨਾਂ ਨੇ ਲੋਕਾਂ ਨੂੰ ਭਰਾਵਾਂ ਨੂੰ ਲੜਾ ਕੇ, ਜਾਤ ਪਾਤ ਨੂੰ ਲੜਾ ਕੇ ਦੇਸ਼ ਦਾ ਬੇੜਾਗਰ ਕਰ ਛੱਡਿਆ। ਅੱਜ ਲੋਕੀ ਜਾਗ ਚੁੱਕੇ ਨੇ ਔਰ ਇਹਨਾਂ ਨੂੰ ਉਸ ਚੀਜ਼ ਦੇ ਜਿਹੜੇ ਸਿੱਟੇ ਆ ਉਹ ਭੁਗਤਣੇ ਪੈਂਦੇ। ਅੱਜ ਜਾਓ ਜਨਤਾ ਦੇ ਵਿੱਚ, ਅੱਜ ਜਾ ਕੇ ਦਿਖਾਓ ਤੁਸੀਂ ਕਿ ਲੋਕੀ ਤੁਹਾਨੂੰ ਕਿੰਨਾ ਕੁ ਪਿਆਰ ਕਰਦੇ, ਤੁਹਾਨੂੰ ਪਤਾ ਲੱਗ ਜੂ। ਅੱਜ ਲੋਕੀ ਤੁਹਾਡੇ ਪਿੱਛੇ, ਤੁਹਾਡੀ ਜਾਨ ਦੇ ਪਿੱਛੇ ਹੱਥ ਧੋ ਕੇ ਪਏ ਨੇ। ਤੁਸੀਂ ਦੇਸ਼ ਦੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਖਤਰੇ 'ਚ ਪਾਈ ਆ, ਪਰ ਤੁਸੀਂ ਆਪਣੀ ਘਟੀਆ ਰਾਜਨੀਤੀ ਕਰਨੋਂ ਨਹੀਂ ਹਟ ਰਹੇ। ਕੇਂਦਰ ਦੇ ਆਗੂ ਦਾ ਕਹਿਣਾ ਕਿ ਪੰਜਾਬ ਦੀਆਂ ਸਰਕਾਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਯਾਰ ਕਿਹੜੇ ਪੰਜਾਬ ਤੁਸੀਂ ਪੰਜਾਬ ਦਾ ਕਿਸਾਨ ਗੁੰਮਰਾਹ ਹੋਣ ਵਾਲਾ? ਇਹਨਾਂ ਸਰਕਾਰਾਂ ਨਾਲੋਂ ਪੰਜਾਬ ਦਾ ਕਿਸਾਨ ਬਹੁਤ ਸਿਆਣਾ। ਪੰਜਾਬ ਦੇ ਕਿਸਾਨ ਨੇ ਇੱਕ ਅੰਕੜੇ ਕੱਢੇ ਨੇ। ਪੰਜਾਬ ਦਾ ਇੱਕ ਕਿਸਾਨ ਇਹਨਾਂ ਦੇ ਵੱਡੇ ਇਕਨੋਮਿਸਟਾਂ ਤੋਂ ਕਿਤੇ ਸਿਆਣਾ ਇਹਨਾਂ ਨੇ। ਅੱਜ ਸਾਡੇ ਵਾਸਤੇ ਇੱਕ ਸ਼ਰਮ ਦੀ ਗੱਲ ਆ ਸਿਆਸੀ ਲੋਕਾਂ ਲਈ ਕਿ ਅੱਜ ਪੰਜਾਬ ਦੇ, ਹਿੰਦੁਸਤਾਨ ਦੇ ਕਿਸਾਨ ਨੇ ਹਰ ਸਿਆਸੀ ਪਾਰਟੀ ਨੂੰ ਨਕਾਰ ਦਿੱਤਾ, ਔਰ ਉਹਨਾਂ ਨੇ ਇਹਨਾਂ ਦੀ ਵਜ੍ਹਾ ਦੇ ਨਾਲ, ਇਹ ਬੀਜੇਪੀ ਦੀ ਇੱਕ ਘਟੀਆ ਹਰਕਤ ਦੇ ਨਾਲ ਅੱਜ ਕਿਸਾਨ ਇਸ ਦੇਸ਼ ਦੀ ਰਾਜਨੀਤਿਕ ਲੋਕਾਂ ਦੇ ਵਿੱਚੋਂ ਆਪਣਾ ਵਿਸ਼ਵਾਸ ਖੋ ਚੁੱਕੇ ਨੇ। ਉਹ ਤਾਂ ਕਿਸੇ ਦੀ ਗੱਲ ਨਹੀਂ ਸੁਣਦੇ। ਉਹਨਾਂ ਦੀ ਆਪਣੀ ਇੰਟੈਲੀਜੈਂਸੀ ਦੇ ਨਾਲ, ਆਪਣੇ ਦਿਮਾਗ ਦੇ ਨਾਲ, ਆਪਣੀ ਸੋਚ ਸਮਝ ਦੇ ਨਾਲ ਕਿ ਇਹ ਜਿਹੜਾ ਬੀਜੇਪੀ ਸਰਕਾਰ ਨੇ ਫੈਸਲਾ ਲਿਆ ਇਹ ਕਿੰਨਾ ਘਟੀਆ ਔਰ ਇਹਦੇ ਨਾਲ ਦੇਸ਼ ਨੂੰ ਕਿੰਨਾ ਨੁਕਸਾਨ ਪਹੁੰਚ ਸਕਦਾ, ਉਹ ਸਾਰੀ ਗੱਲ ਕਿਸਾਨ ਭਲੀ ਭਾਂਤ ਜਾਣੂ ਨੇ। ਔਰ ਕਿਸਾਨ ਤੋਂ ਵੱਡਾ ਦੇਸ਼ ਭਗਤ ਕੋਈ ਨਹੀਂ। ਕਿਸਾਨ ਨੇ ਹਮੇਸ਼ਾ ਆਪਣੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡੇ ਬਲੀਦਾਨ ਕੀਤੇ ਨੇ। ਜਿੱਥੇ ਇਹ ਦੇਸ਼ ਵਾਸੀਆਂ ਨੂੰ ਅਨਾਜ ਦੇ ਰਹੇ ਨੇ ਔਰ ਦੇਸ਼ ਵਾਸੀਆਂ ਦੇ ਅੰਨਦਾਤੇ ਨੇ, ਉੱਥੇ ਇਹਨਾਂ ਨੇ ਇੱਕ ਪੁੱਤ ਬਾਰਡਰ ਦੇ ਉੱਤੇ ਆਪਣੇ ਦੇਸ਼ ਦੀ ਰਾਖੀ ਲਈ ਵੀ ਲਾਇਆ। ਇਹ ਕਿਸਾਨਾਂ ਨੂੰ ਕੌਣ ਮਿਸਲੀਡ ਕਰ ਸਕਦਾ? ਇਹ ਬੀਜੇਪੀ ਦੇ ਜਿਹੜਾ ਸਾਡਾ ਇਸ ਵੇਲੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਜਾਂ ਹੋਰ ਲੀਡਰਸ਼ਿਪ ਆ, ਜਿਨ੍ਹਾਂ ਨੂੰ ਵਹਿਮ ਭਰਮ ਨੇ, ਜਿਨ੍ਹਾਂ ਨੇ ਕਿਸਾਨਾਂ ਨੂੰ ਬਹੁਤ ਹੀ ਅੰਡਰਮਾਈਨ ਕੀਤਾ ਸੀ, ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ। ਹੁਣ ਤੱਕ ਉਹਨਾਂ ਨੂੰ ਇੱਕ ਘਟੀਆ ਕਿਸਮ ਦੀ ਜਿਹੜੀ ਬਿਆਨਬਾਜ਼ੀ ਉਹ ਨਹੀਂ ਕਰਨੀ ਚਾਹੀਦੀ, ਔਰ ਆਪਣੇ ਆਗੂਆਂ ਨੂੰ ਵੀ ਉਹ ਸਮਝਾਉਣ ਕਿ ਐਵੇਂ ਲੋਕਾਂ ਦੇ ਵਿੱਚ ਜਾ ਕੇ ਕਿਸੇ ਵੀ ਕਿਸਮ ਦੀ ਜਾਤੀਵਾਦ ਦੀ ਤੇ ਕੋਈ ਵੀ ਭਰਾ ਨੂੰ ਲੜਾਉਣ ਦੀ ਕੋਸ਼ਿਸ਼ ਨਾ ਕਰਨ। ਪੰਜਾਬ ਦਾ ਹਿੰਦੂ, ਪੰਜਾਬ ਦਾ ਸਿੱਖ ਤੁਹਾਡੇ ਤੋਂ ਬਹੁਤ ਸਮਝਦਾਰ ਹੈ, ਇੱਕ ਤੁਹਾਡੀ ਕੁਝ ਹੀ ਹਰਕਤ ਨੂੰ ਸਮਝਦਾ, ਔਰ ਤੁਹਾਨੂੰ ਇਸ ਚੀਜ਼ ਦੇ ਜਿਹੜੇ ਸਿੱਟੇ ਨੇ ਉਹ ਭੁਗਤਣੇ ਪੈ ਗਏ ਨੇ। ਔਰ ਅੱਜ ਦੇਸ਼ ਜਾਗ ਚੁੱਕਾ ਔਰ ਦੇਸ਼ ਸਿਆਸੀ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਦੇਸ਼ ਦੇ ਕਿਸਾਨ ਨੂੰ, ਦੇਸ਼ ਦੇ ਲੋਕਾਂ ਨੂੰ ਆਪਣੀ ਸਮਝ ਆ ਕਿ ਸਾਡੇ ਭਲੇ ਦੀ ਚੀਜ਼ ਕੀ ਆ, ਸਾਡੇ ਬੁਰੇ ਦੀ ਕੀ ਆ, ਉਸ ਤਰੀਕੇ ਨਾਲ ਚੱਲ ਰਹੇ ਨੇ। ਸੋ ਮੈਂ ਫਿਰ ਇੱਕ ਵਾਰੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਕਰਦਾ, ਹੱਥ ਜੋੜ ਕੇ ਅਪੀਲ ਕਰਦੇ, ਨਿਮਰਤਾ ਨਾਲ ਅਪੀਲ ਕਰਦੇ ਕਿ ਆਪਣਾ ਹੰਕਾਰ ਛੱਡੋ। ਜੇ ਤੁਹਾਡੀਆਂ ਅੱਖਾਂ ਖੁੱਲ੍ਹ ਗਈਆਂ, ਤੁਸੀਂ ਸਮਝ ਗਏ ਕਿ ਤੁਸੀਂ ਕੁਝ ਚੰਦ ਘਰਾਣਿਆਂ ਦੇ ਪ੍ਰੈਸ਼ਰ 'ਚ ਆ ਕੇ ਗਲਤੀ ਕੀਤੀ ਆ, ਉਹ ਗਲਤੀ ਨੂੰ ਸੁਧਾਰਨ ਦਾ ਮੌਕਾ ਵਾ। ਤੁਸੀਂ ਜਾਓ, ਕਿਸਾਨ ਖੁੱਲ੍ਹ ਦਿਲੇ ਨੇ,
ਤੁਹਾਡੀ ਹਰ ਗਲਤੀ ਨੂੰ ਪ੍ਰਵਾਨ ਕਰਨ ਲਈ ਤਿਆਰ ਨੇ। ਤੁਸੀਂ ਉਹਨਾਂ ਦੇ ਵਿੱਚ ਇੱਕ ਵਾਰੀ ਹੱਥ ਜੋੜ ਕੇ ਜਾ ਕੇ ਕਹੋ ਕਿ ਤੁਸੀਂ ਸਾਡੇ ਇਸ ਦੇਸ਼ ਦੇ ਅੰਨਦਾਤੇ ਹੋ, ਔਰ ਜੇ ਸਾਡੇ ਕੋਲ ਗਲਤੀ ਹੋਈ ਅਸੀਂ ਕਾਨੂੰਨ ਵਾਪਸ ਲੈਂਦੇ ਹਾਂ। ਇਹ ਸਾਰੇ ਕਿਸਾਨ ਇਹਨਾਂ ਦਾ ਇਸਤਕਬਾਲ ਕਰਨਗੇ, ਇਹਨਾਂ ਦੀ ਰਿਸਪੈਕਟ ਕਰਨਗੇ, ਪਰ ਜੇ ਆਪਣੇ ਹੰਕਾਰ ਤੇ ਅੜੇ ਰਹਿਣਗੇ ਤੇ ਉਹਦੇ ਖਮਿਆਜੇ, ਉਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਜਿਹੜੇ ਨੇ ਉਹ ਭਿਅੰਕਰ ਇਹ ਸਰਕਾਰ ਨੂੰ ਭੁਗਤਣੇ ਪੈਣਗੇ। ਕੌਂਸਲਰਾਂ ਦਾ ਵੀ ਨਾਲ ਗੱਲਬਾਤ ਕੀਤੀ ਜਾਊਗੀ, ਕਿਉਂਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ, ਕਿਉਂਕਿ ਕਿਸਾਨਾਂ ਦਾ ਮੁੱਦਾ ਹੈ ਕਿ ਜੇ ਕਿਸਾਨ ਨਹੀਂ ਰਹੂਗਾ ਤੇ ਖਾਣਗੇ ਕਿੱਥੋਂ। ਗੱਲਬਾਤ ਕਰਾਂਗੇ ਕੌਂਸਲਰ ਵੀ ਸਾਡੇ ਨਾਲ। ਸਰ, ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਅੱਜ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ? ਸੋ ਇਹ ਕਿਸਾਨਾਂ ਦਾ ਸਮਰਥਨ ਦੇਖੋ, ਕਾਂਗਰਸ ਪਾਰਟੀ ਨਹੀਂ, ਮੈਂ ਸਮਝਦਾ ਸਮੂਚਾ ਪੰਜਾਬ ਹੀ ਇੱਕ ਤਰਫ ਹੋ ਕੇ ਕਿਸਾਨਾਂ ਦੇ ਸਮਰਥਨ 'ਚ ਕਰ ਰਿਹਾ। ਹਿੰਦੁਸਤਾਨ ਨਹੀਂ, ਵਰਲਡ ਲੈਵਲ ਤੇ ਵੀ ਦੇਖੋ ਬਾਹਰਲੇ ਜਿੰਨੇ NRIs ਹੈ, ਮੈਂ ਸਮਝਦਾ ਬਾਹਰ ਦੇ ਜਿਹੜੇ ਲੋਕ ਆ ਉਹ ਵੀ ਕਿਸਾਨਾਂ, ਇਹ ਜਿਹੜੇ 3 ਕਾਨੂੰਨ ਜਿਹੜੇ ਸਾਡੇ ਮੋਦੀ ਵੱਲੋਂ, ਮੈਂ ਹਮੇਸ਼ਾ ਕਹਿੰਦਾ ਮੋਦੀ ਵੱਲੋਂ, ਕਿਉਂਕਿ BJP ਸਰਕਾਰ ਨਹੀਂ ਮੋਦੀ ਸਰਕਾਰ ਚੱਲ ਰਹੀ ਹੈ, ਉਹਨਾਂ ਵੱਲੋਂ ਕੀਤਾ ਗਿਆ। ਸਾਡੀ ਇੱਕੋ ਹੀ ਡਿਮਾਂਡ ਹੈ ਔਰ ਬੜਾ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਕਿ ਇਹ ਤਿੰਨੋਂ ਬਿੱਲ ਜਿਹੜੇ ਰੱਦ ਕੀਤੇ ਜਾਣ, ਔਰ ਇਹਦੇ ਨਾਲ ਸਿਰਫ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਔਰ ਹਰ ਆਉਣ ਵਾਲੀ ਜਨਰੇਸ਼ਨ ਜਿਹੜੀਆਂ ਉਹ ਸਾਡੀਆਂ ਖਤਮ ਹੋ ਜਾਣਗੀਆਂ। ਇੱਕ ਲਾਸਟ ਸਵਾਲ ਮੇਰਾ ਸਰ, ਕਿ ਜਿਹੜਾ BJP ਦੇ ਆਗੂ ਕਿਉਂ ਬਾਰ-ਬਾਰ ਕਹਿ ਰਹੇ ਪੰਜਾਬ ਦੀ ਸਰਕਾਰਾਂ ਗਮਰਾਹ ਕਰ ਰਹੀਆਂ ਕਿਸਾਨਾਂ ਨੂੰ? ਦੇਖੋ, ਪੰਜਾਬ ਕੱਲਾ ਮੈਂ ਪੰਜਾਬ ਉਹ ਇਹ ਪ੍ਰੋਪੋਗੈਂਡਾ ਕਰਦੇ ਪੰਜਾਬ ਦੀ ਸਰਕਾਰ, ਕਿਆ ਅਸੀਂ ਬਾਹਰਲੀਆਂ ਸਰਕਾਰਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਉੱਥੋਂ ਦੇ ਲੋਕਾਂ ਨੂੰ ਵੀ ਗੁੰਮਰਾਹ ਅਸੀਂ ਲੋਕ ਕਰ ਰਹੇ ਹਾਂ, ਉਹ ਲੋਕ ਐਡਾ ਵੱਡਾ ਸਾਡੇ ਤੋਂ ਵੱਡੇ ਪ੍ਰੋਟੈਸਟ ਉਹ ਕਰ ਰਹੇ ਨੇ। ਸੋ ਇਹ ਤੇ BJP ਵਾਲਿਆਂ ਨੂੰ ਪਤਾ ਲੱਗ ਗਿਆ ਕਿ ਹੁਣ ਕਿਸਾਨ ਨਹੀਂ, ਸਾਰੀ ਦੁਨੀਆ ਇਹਨਾਂ ਦੇ ਖਿਲਾਫ ਹੋ ਗਈ। ਸਿਰਫ ਕਿਸਾਨ ਨਹੀਂ ਜਾਂ ਹਿੰਦੁਸਤਾਨ ਦੇ ਲੋਕ ਨਹੀਂ, ਬਾਹਰ ਦੇ ਲੋਕ ਵੀ ਇਹਨਾਂ ਦੇ ਖਿਲਾਫ ਹੋ ਗਏ। ਜੇ ਇਕੱਲੇ ਸਿਰਫ ਕੈਪਟਨ ਸਾਹਿਬ ਥੋੜੀ ਗੁੰਮਰਾਹ ਕਰ ਰਹੇ ਨੇ, ਜਾਂ ਕੈਪਟਨ ਸਾਹਿਬ ਨੇ ਉੱਥੇ ਜਾ ਕੇ ਕੋਈ ਇਹਨਾਂ ਲੋਕਾਂ ਨੂੰ ਗਾਈਡ ਥੋੜੀ ਕਰ ਰਹੇ ਨੇ। ਸੋ ਇਹ ਜਿਹੜੇ ਕਾਨੂੰਨ ਹੈ, ਅੱਗੇ GST ਲਾਤੀ, ਨੋਟਬੰਦੀ ਕਰਤੀ, ਇਹਨਾਂ ਨੇ ਸੁਨਿਆਰੇ ਜਿਹੜੇ ਸਰਾਫਾ ਐਸੋਸੀਏਸ਼ਨ ਵਾਲਿਆਂ ਨੇ ਇੰਨਾ ਵੱਡੇ ਪ੍ਰੋਟੈਸਟ ਕੀਤੇ, ਬਟ ਉਹ ਦੁਕਾਨਦਾਰ ਸੀ, ਇੰਨਾ ਲੰਬਾ ਪ੍ਰੋਟੈਸਟ ਨਹੀਂ ਕਰ ਸਕੇ। ਇਹ ਕਿਸਾਨ ਨੇ, ਇਹ ਪੰਜਾਬੀ ਨੇ, ਜਿਨ੍ਹਾਂ ਨੇ ਐਡਾ ਵੱਡਾ ਪ੍ਰੋਟੈਸਟ ਕਰਕੇ ਅੱਜ BJP ਜਾਂ ਮੋਦੀ ਦੀ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਜੇ ਇਦਾਂ ਦੇ ਮਾੜੇ ਕਾਨੂੰਨ, ਜਿਹੜੇ ਕਾਲੇ ਕਾਨੂੰਨ, ਜਿਹੜੇ ਲੋਕਾਂ ਨੂੰ ਲੋਕ ਮਾਰੂ ਨੀਤੀਆਂ ਜੇ ਕਰਨਗੇ ਤੇ ਇਹ ਆਵਾਜ਼ ਪੰਜਾਬੀ ਦੇ ਆਗੂ ਕਹਿ ਰਹੇ ਕਿ ਇਹ 3 ਬਿੱਲ ਕਿਸਾਨਾਂ ਦੇ ਹੱਕ 'ਚ ਆ ਗਏ, ਪਰ ਕਿਸਾਨ ਇਹਨੂੰ ਸਮਝ ਨਹੀਂ ਰਹੇ। ਜੇ ਹੱਕ 'ਚ ਆ ਗਏ ਤਾਂ ਓਪਨਲੀ ਫਿਰ ਰਿਟਰਨ 'ਚ ਦੇ ਦੇਣ, ਫਿਰ ਇਹਨਾਂ ਨੂੰ ਡਰ ਕਾਹਦਾ ਰਹਿ ਗਿਆ? ਇਹ ਕਹਿੰਦੇ ਕਿ ਅਸੀਂ BJP ਰੋਜ਼ ਇੱਕ ਗੱਲ ਕਹਿ ਰਹੀ ਹੈ ਕਿ ਅਸੀਂ ਮੰਨ ਲੈਂਦੇ ਹਾਂ, ਤੇ ਇਹਨਾਂ ਨੂੰ ਰਿਟਰਨ 'ਚ ਦੇ, ਫਿਰ ਇਹ ਪਾਰਲੀਮੈਂਟ 'ਚ ਲੈ ਕੇ ਆਉਣ। ਪਾਰਲੀਮੈਂਟ 'ਚ ਦੇਖੋ, ਪਹਿਲੋਂ ਬਿੱਲ ਪਾਸ ਸੀ, ਹੁਣ ਇਹ ਪਾਸ ਹੋ ਚੁੱਕਾ ਹੋਇਆ, ਹੁਣ ਇਹਨਾਂ ਨੂੰ ਪਾਰਲੀਮੈਂਟ 'ਚ ਲਿਆ ਕੇ ਕੈਂਸਲ ਕਰਨਾ ਪਏਗਾ। ਦੇ ਦੇਣ ਆਸ਼ਵਾਸਨ, ਰਿਟਰਨ ਦੇ ਦੇਣ, ਮੋਦੀ ਜੀ ਦੇ ਦੇਣ ਰਿਟਰਨ ਕਿ ਜਿੱਦਾਂ ਪਾਰਲੀਮੈਂਟ ਬੁਲਾਵਾਂਗੇ ਇਹਨੂੰ ਕੈਂਸਲ ਕਰਾਂਗੇ ਤਾਂ ਮੰਨ ਜਾਣ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੋਧ ਕੀਤੀ ਜਾਂਦੀ ਆ, ਕਿ ਪਰ ਕਿਸਾਨ ਕਹਿ ਰਿਹਾ ਕਿ ਯਾਰ ਭਾਵੇਂ 100 ਗ੍ਰਾਮ ਭਾਵੇਂ ਕਿਲੋ ਯਾਰ ਹੀ ਮੰਨਿਆ ਜਾ। ਬਿਲਕੁਲ ਸਹੀ ਗੱਲ, ਜ਼ਹਿਰ ਹੀ ਹੈ, ਭਾਵੇਂ 100 ਗ੍ਰਾਮ ਆ, ਭਾਵੇਂ ਜਿੰਨਾ ਵੀ ਹੈ। ਸੋਧ ਕਿਉਂ ਕਰਨਾ ਹੈ? ਜਦ ਕਿਸਾਨਾਂ ਦੀ ਪਹਿਲੇ ਦਿਨ ਤੋਂ ਮੰਗ ਹੈ ਕਿ ਸੋਧ ਨਹੀਂ ਕਰਨਾ, ਇਹਨੂੰ ਖਤਮ ਕਰਨਾ ਹੈ। ਬਾਕੀ ਚੀਜ਼ਾਂ 'ਚ ਵੀ ਤੇ ਦੇਖੋ ਕਰਦੇ ਆ। ਇਹ ਮੈਂ ਕੱਲ ਜਾਂ ਪਰਸੋਂ ਦੇਖ ਰਿਹਾ ਸੀ TV 'ਚ, ਕਹਿ ਰਹੇ ਸੀ ਕਿ ਇਹ ਕਾਂਗਰਸ ਟਾਈਮ 'ਚ ਲਿਆਂਦਾ ਗਿਆ ਸੀ ਇਹ ਬਿੱਲ। ਉਦੋਂ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀ, ਨੋ ਡਾਊਟ ਉਸ ਟਾਈਮ 'ਚ ਇਹ ਬਿੱਲ ਤੇ ਡਿਸਕਸ਼ਨ ਹੋਈ ਸੀ, ਪਰ ਜਦੋਂ ਡਾਕਟਰ ਮਨਮੋਹਨ ਸਿੰਘ ਜਾਂ ਕਾਂਗਰਸ ਗਵਰਨਮੈਂਟ ਦੇ ਜਿੰਨੇ ਵੀ ਮੰਤਰੀ ਸੀ ਪਾਰਲੀਮੈਂਟ 'ਚ, ਉਹਨਾਂ ਨੂੰ ਪਤਾ ਲੱਗਾ ਕਿ ਇਹ ਬਿੱਲ ਸਹੀ ਨਹੀਂ ਹੈ। ਔਰ ਡਿਸਕਸ਼ਨ ਕਰਨਾ, ਕੋਈ ਚੀਜ਼ ਲਿਆਣੀ ਮਾੜੀ ਗੱਲ ਨਹੀਂ, ਬਟ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਇਹ ਪ੍ਰੋਪੇਗੈਂਡਾ ਕਹਿੰਦੇ ਜੀ ਇਹ ਕਾਂਗਰਸ ਟਾਈਮ 'ਚ ਉਦੋਂ ਦਾ ਚੱਲਿਆ ਸੀ, ਉਹ ਜੇ ਉਦੋਂ ਚੱਲਿਆ ਸੀ ਇੰਪਲੀਮੈਂਟ ਨਹੀਂ ਹੋਇਆ। ਇੰਪਲੀਮੈਂਟ ਇਹਨਾਂ ਦੀ ਗਵਰਨਮੈਂਟ 'ਚ ਹੋਇਆ, ਇਹਨਾਂ ਦੀ ਫੁੱਲ ਫਲੈਜ ਮੈਜੋਰਟੀ ਨਾਲ ਇਹ ਲੋਕ ਮਾਰੂ ਨੀਤੀਆਂ ਜਿਹੜੀਆਂ ਕਰ ਰਹੇ ਨੇ। ਜੇ ਗੱਲ ਕੀਤੀ ਹੋਵੇ ਸਰ ਕਿਸਾਨਾਂ ਦੇ ਜਿਹੜੇ ਇਹ ਕਹਿ ਰਹੇ ਕਿ ਵਿਚੋਲੇ ਵਿੱਚੋਂ ਕਰਤੇ, ਵਿਚੋਲੇ ਆੜ੍ਹਤੀਆਂ ਨੂੰ ਕਿਹਾ ਗਿਆ, ਪਰ ਹੁਣ 48 ਆੜ੍ਹਤੀਆਂ ਨੂੰ ਤੇ ਰੇਟਾਂ ਹੁੰਦੀਆਂ ਪਈਆਂ। ਇਸੇ ਕਰਕੇ ਰੇਡਾਂ ਹੋ ਰਹੀਆਂ ਨਾ। ED ਨੂੰ ਕਾਲ ਕਰਤੀ, ਕਦੀ ਕੋਈ ਰੇਡ ਕਰਾਤੀ। ਇਹ ਇਹਨਾਂ ਦੀਆਂ BJP ਦਾ ਦੇਖੋ, ਕੈਪਟਨ ਸਾਹਿਬ ਦੇ ਘਰ ਇਹਨਾਂ ਨੇ ਸਮਨ ਕਰ ਦਿੰਦੇ ਨੇ, ਕਦੀ ਉਹਨਾਂ ਦੇ ਬੇਟੇ ਨੂੰ ਕਰ ਦਿੰਦੇ ਨੇ। ਇਹ ਡਰਾਵਾ ਪਾਉਂਦੇ ਨੇ ਪੰਜਾਬੀਆਂ ਦੇ। ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਹੈ ਇਹਨਾਂ ਤੋਂ। ਇਹਨਾਂ ਨੂੰ ਇਹ ਚੀਜ਼ ਦਾ ਕਲੀਅਰ ਹੋ ਗਿਆ। ਇਹਨਾਂ ਨੇ ਇੰਨੇ ਬਾਰਡਰ ਤੇ, ਇਹਨਾਂ ਦੀ ਹਰਿਆਣੇ ਦੀ ਸਰਕਾਰ ਸੀ, ਕਿੰਨਾ ਕੁਝ ਬੈਰੀਕੇਡਿੰਗ ਕਰਤੀ, ਕਿੰਨਾ ਕੁਝ। ਪੰਜਾਬੀ ਇਹ ਡਰਨ ਵਾਲੇ ਨਹੀਂ। ਪੰਜਾਬ ਉਹ ਕੌਮ ਹੈ ਜਿਹੜੀ ਹਮੇਸ਼ਾ ਲੜਾਈ ਲੜ ਕੇ ਦੂਜੇ ਮੁਲਕਾਂ ਤੋਂ ਵੀ ਜਿੱਤ ਕੇ ਆਏ ਨੇ। ਮਹਾਰਾਜਾ ਰਣਜੀਤ ਸਿੰਘ ਦੀ ਉਹ ਪੰਜਾਬੀਅਤ ਨੇ ਜਿਨ੍ਹਾਂ ਨੇ ਲੜਾਈਆਂ ਲੜੀਆਂ ਨੇ ਤੇ ਆਪਣੇ ਦੇਸ਼ ਦੀ, ਆਪਣੇ ਇਸ ਸ਼ਹਿਰ ਦੀ, ਆਪਣੇ ਘਰ ਦੀ, ਆਪਣੇ ਬੱਚਿਆਂ ਦੀ ਔਰ ਆਪਣੇ ਇਸ ਮੁਲਕ ਦੀ ਰੱਖਿਆ ਕੀਤੀ ਆ। ਚਾਹੇ ਕੋਈ ਵੀ ਹੋਇਆ, ਚਾਹੇ ਫੌਜ ਵੇਖ ਲਓ, ਚਾਹੇ ਕਿਸਾਨੀ ਵੇਖ ਲਓ, ਚਾਹੇ ਕੋਈ ਵੀ ਦੇਖ ਲਓ, ਹਮੇਸ਼ਾ ਪੰਜਾਬੀ ਅੱਗੇ ਆਏ ਨੇ। ਜਦੋਂ ਪੰਜਾਬੀ ਅੱਗੇ ਆਏ ਨੇ ਉਦੋਂ ਹੀ ਸਾਡੇ ਦੇਸ਼ ਦਾ ਇਹਨਾਂ ਨੇ ਰੱਖਿਆ ਕੀਤੀ ਹੈ। ਸਰ, ਅੱਜ ਤੁਹਾਡੇ ਵੱਲੋਂ ਕੀ ਕੀਤਾ ਗਿਆ? ਸਾਡੇ ਅੱਜ ਮੇਅਰ ਸਾਹਿਬ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਵੱਲੋਂ ਸਾਰੇ ਸਮੁੱਚੇ ਕੌਂਸਲਰਾਂ ਨੂੰ ਇੱਕ ਸੱਦਾ ਦਿੱਤਾ ਗਿਆ ਸੀ, ਕਿਉਂਕਿ ਇਹ ਕਿਸਾਨ ਦਿਵਸ ਹੈ, ਬੜਾ ਵੱਡਾ ਦਿਹਾੜਾ ਵੀ ਹੈ, ਕਿਸਾਨਾਂ ਦਾ ਪ੍ਰੋਟੈਸਟ ਵੀ ਚੱਲਿਆ। ਜਦ ਉਹਨਾਂ ਦੇ ਹੱਕ 'ਚ ਅਸੀਂ ਬੜਾ ਇੱਕ ਪੀਸਫੁਲ
ਪ੍ਰੋਟੈਸਟ ਅਸੀਂ ਕੰਪਨੀ ਵਾਸਤੇ ਕੀਤਾ, ਸ਼ਹਿਰ ਦੇ ਬਾਹਰ ਸੜਕਾਂ ਤੇ ਨਹੀਂ ਕੀਤਾ ਕਿ ਲੋਕਾਂ ਨੂੰ ਇਸ ਚੀਜ਼ ਦੀ ਮੁਸ਼ਕਲ ਨਾ ਹੋਵੇ। ਦੇਖੋ ਇਹ ਆਵਾਜ਼ ਸਾਡੀ ਸੈਂਟਰ ਗਵਰਨਮੈਂਟ ਦੇ ਨਾਲ, ਮੋਦੀ ਗਵਰਨਮੈਂਟ ਦੇ ਨਾਲ ਹੈ, ਆਮ ਪਬਲਿਕ ਨੂੰ ਤੰਗ ਕਰਕੇ ਸਾਨੂੰ ਕੋਈ ਨਹੀਂ। ਸੋ ਮੈਂ ਮੇਅਰ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਸਾਰੇ ਕਾਉਂਸਲਰਾਂ ਕੀਤਾ। ਪਰ ਮੈਨੂੰ ਇੱਕ ਚੀਜ਼ ਦੀ ਦੁੱਖ ਲੱਗਾ ਕਿ ਇੱਕ ਕਾਉਂਸਲਰ, ਚਾਹੇ ਉਹ ਬੀਜੇਪੀ ਦਾ ਸੀ, ਅਕਾਲੀ ਦਲ ਦਾ ਸੀ, ਚਾਹੇ ਕੋਈ ਹੋਰ ਪਾਰਟੀ ਦਾ ਸੀ, ਅਸੀਂ ਸਾਰਿਆਂ ਨੂੰ ਮੈਸੇਜ ਦਿੱਤਾ। ਸਿਰਫ ਤੁਸੀਂ ਦੇਖੋ ਕਿ ਕਾਂਗਰਸ ਦੇ ਕਾਉਂਸਲਰ ਆਇਆ, ਇਹ ਸਿਰਫ ਮੈਂ ਇੱਕ ਮੈਸੇਜ ਮੀਡੀਆ ਥਰੂ ਦੇਣਾ ਚਾਹੁੰਦਾ ਹੈ ਲੋਕਾਂ ਨੂੰ ਵੀ, ਔਰ ਖਾਸ ਕਰਕੇ ਜਿਹੜੇ ਦੂਜੀ ਪਾਰਟੀਆਂ ਅਕਾਲੀ ਬੀਜੇਪੀ ਵਾਲੇ, ਕਿ ਡਰਾਮੇ ਕਰਨੇ ਬੰਦ ਕਰਨ। ਜੇ ਸੱਚੀ ਲੋਕਾਂ ਦੇ ਹਿੱਤ ਦੇ ਨੇ, ਜੇ ਕਿਸਾਨਾਂ ਦੇ ਨਾਲ ਨੇ, ਤੇ ਸਾਡੇ ਨਾਲ ਆ ਕੇ ਧਰਨਿਆਂ ਤੇ ਬੈਠਣ। ਪੀਸਫੁਲ ਪ੍ਰੋਟੈਸਟ ਹੈ ਇਹ, ਅੱਜ ਆ ਕੇ ਆਵਾਜ਼ ਚੁੱਕਣ। ਇਹ ਇਹਨਾਂ ਦੇ ਲੋਕਲ ਲੀਡਰ ਨੇ, ਤੇ ਸ਼ਵੇਦ ਮਲਿਕ ਜੀ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਤਰੁਣ ਚੁੱਗ ਇਹਨਾਂ ਦੇ ਜਨਰਲ ਸੈਕਟਰੀ ਉਹਨਾਂ ਨੇ। ਦੇ ਮਲਕ ਸਾਹਿਬ ਦੇ ਘਰ ਦੇ ਬਾਹਰ ਕਿਸਾਨਾਂ ਦਾ ਧਰਨਾ ਲੱਗਾ, ਕਦੀ ਉਹਨਾਂ ਨੂੰ ਨਹੀਂ ਮਿਲੇ ਉਹ? ਇਹ ਤਾਂ ਉਹਨਾਂ ਦੀ ਸੋਚ ਹੈ। ਦੇਖੋ ਕਿੱਡੀ ਮਾੜੀ ਸੋਚ ਹੈ। ਕਿਸਾਨ ਵੀ ਨੇ ਇਸ ਸ਼ਹਿਰ ਦੇ, ਇਸ ਗੁਰੂ ਦੀ ਨਗਰੀ ਦੇ ਉਹ ਰਹਿਣ ਵਾਲੇ ਵੀ, ਇਹਨਾਂ ਦੇ ਵੋਟਰ ਸਪੋਰਟਰ ਵੀ ਹੋਣਗੇ। ਇਹ ਕਦੀ ਇਹਨਾਂ ਨੇ ਉਹਨਾਂ ਨੂੰ ਮਿਲਣ ਦੀ ਤਾਂ ਬੜੀ ਦੂਰ ਦੀ ਗੱਲ, ਮੈਂ ਕਿਹਾ ਕਦੀ ਪਾਣੀ ਦਾ ਚਾਹ ਤੱਕ ਨਹੀਂ ਪੁੱਛਿਆ ਹੋਣਾ। ਸੋ ਬੜੀ ਮਾੜੀ ਸੋਚ ਹੈ ਬੀਜੇਪੀ ਦੇ ਲੋਕਾਂ ਦੀ। ਇਹ ਚੀਜ਼ਾਂ ਤੋਂ ਇਹਨਾਂ ਨੂੰ ਦੂਰ ਹੋਣਾ ਚਾਹੀਦਾ। ਮੈਂ ਤੇ ਇੱਕ ਗੱਲ ਕਹਾਂਗਾ ਕਿ ਜਦੋਂ ਵੀ ਬੀਜੇਪੀ ਸਰਕਾਰ ਜਾਂ ਕੋਈ ਸਰਕਾਰਾਂ ਬਣੀਆਂ, ਇਹ ਸਾਡਾ ਮੁਲਕ ਥੱਲੇ ਨੂੰ ਗਿਆ। ਤੇ ਜਦੋਂ ਵੀ ਕੋਈ ਹੋਰ ਸਰਕਾਰ, ਕਾਂਗਰਸ ਸਰਕਾਰ ਹੈ, ਚਾਹੇ ਮੈਂ ਫਿਰ ਉਹ ਗੱਲ ਕਰਾਂਗੀ ਡਾਕਟਰ ਮਨਮੋਹਨ ਸਿੰਘ ਦੀ, ਕਿ ਸਾਰੇ ਵਰਲਡ 'ਚ ਰਿਸੈਸ਼ਨ ਆਇਆ ਸੀ, ਇੱਕ ਸਿਰਫ ਸਾਡਾ ਹਿੰਦੁਸਤਾਨ ਮੁਲਕ ਐਸਾ ਸੀ, ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਦੀ ਰਹਿਨਮਾਈ ਸਾਡੇ ਮੁਲਕ ਨੇ ਤਰੱਕੀ ਕੀਤੀ ਸੀ, ਰਿਸੈਸ਼ਨ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਸੀ। ਅੱਜ ਕਿਸਾਨਾਂ ਦੇ ਦਿਵਸ ਦੇ ਉੱਤੇ ਅੰਮ੍ਰਿਤਸਰ ਦੇ ਮੇਅਰ ਅਤੇ ਉਹਨਾਂ ਦੇ ਕੌਂਸਲਰਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨਾਂ ਦਾ ਜਿਹੜਾ ਦਿਵਸ ਆ ਉਹਦੇ ਉੱਤੇ ਸ਼ਾਮਲ ਹੋਇਆ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕੇਂਦਰ ਦੇ ਵੱਲੋਂ ਜਿਹੜੇ 3 ਬਿੱਲ ਪਾਸ ਕੀਤੇ ਗਏ ਨੇ, ਇਹਦਾ ਵਿਰੋਧ ਪੂਰੇ ਪੰਜਾਬ ਦੇ ਵਿੱਚ, ਤੇ ਜਿਹੜਾ ਕਾਂਗਰਸ ਦੇ ਵੱਲੋਂ ਵੀ ਦਿੱਲੀ ਜਾ ਕੇ ਇਹਦਾ ਰੁਖ ਕੀਤਾ ਗਿਆ, ਜਿਹੜੇ 3 ਬਿੱਲ ਉਹ ਰੱਦ ਕਰਵਾਏ ਜਾਣ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।